ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿੱਘਾ ਸਵਾਗਤ ਹੈ ਸਾਡੇ ਸਾਰੇ ਪਿਆਰੇ ਤੇ ਸੂਝਵਾਨ ਦਰਸ਼ਕਾਂ ਦਾ। ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋਅ ਦੇ 22ਵੇਂ ਸੀਜ਼ਨ ਦੇ 13ਵੇਂ ਐਪੀਸੋਡ ਦੇ ਵਿੱਚ। ਅੱਜ ਸਾਡੇ ਨਾਲ ਇੱਕ ਨਵੇਂ ਕੰਟੈਸਟੈਂਟ ਜੁੜਨਗੇ। ਉਹਨਾਂ ਨੂੰ ਇਨਵਾਈਟ ਕਰਨ ਤੋਂ ਪਹਿਲੇ ਮੈਂ ਇੱਕ ਗੱਲ ਆਪ ਜੀ ਦੇ ਨਾਲ ਸਾਂਝ ਕਰਨਾ ਚਾਹੁੰਦਾ ਕਿ ਸਾਡੇ ਇੱਕ ਬਹੁਤ ਹੀ ਐਕਟਿਵ ਮੈਂਬਰ ਸਰਦਾਰ ਮਹਿੰਦਰ ਸਿੰਘ ਜੀ ਤੇ ਸਰਦਾਰਨੀ ਚਰਨਜੀਤ ਕੌਰ ਜੀ, ਜਿਹੜੇ ਰਾਂਚੀ ਤੋਂ ਹਨ ਤੇ ਉਹਨਾਂ ਨੇ ਈਸਟ ਇੰਡੀਆ ਦੇ ਵਿੱਚ ਕਈ ਥਾਵਾਂ ਤੇ ਕੰਪੀਟੀਸ਼ਨ ਕਰਾ ਕੇ ਸਾਡੇ ਇਸ ਕੁਇਜ਼ ਸ਼ੋਅ ਲਈ ਪਾਰਟਿਸਪੈਂਟਸ ਭੇਜੇ ਹਨ। ਉਹਨਾਂ ਦਾ ਇੱਕ ਬੜਾ ਮਿੱਠਾ ਮੈਸੇਜ ਸਾਨੂੰ ਆਇਆ ਹੈ, ਮੈਂ ਆਪਣੇ ਦਰਸ਼ਕਾਂ ਨਾਲ ਦਿਲ ਕੀਤਾ ਕਿ ਸਾਂਝਾ ਕਰ ਲਾਂ। ਉਹਨਾਂ ਨੇ ਕਿਹਾ ਕਿ ਬੱਚਿਆਂ ਦੀ ਸਾਈਕੋਲੋਜੀ ਨੂੰ ਸਮਝਦੇ ਹੋਏ ਸਾਨੂੰ ਉਹਨਾਂ ਨੂੰ ਕਦੀ ਵੀ ਆਪਣੀਆਂ ਪ੍ਰੋਬਲਮਸ ਜਿਹੜੀਆਂ ਸਾਨੂੰ ਰੋਜ਼ਮਰਾ ਦੀ ਜ਼ਿੰਦਗੀ 'ਚ ਪੇਸ਼ ਆਉਂਦੀਆਂ ਉਹਦੇ ਵਿੱਚੋਂ ਕਦੀ ਵੀ ਉਹਨਾਂ ਨੂੰ ਕੋਈ ਢਹਿੰਦੀ ਕਲਾ ਦੀ ਗੱਲ ਸ਼ੇਅਰ ਨਹੀਂ ਕਰਨੀ ਚਾਹੀਦੀ। ਆਪਣੇ ਚੈਲੰਜਸ ਨੂੰ ਆਪ ਮੀਟ ਕਰਨਾ ਚਾਹੀਦਾ ਹੈ। ਤੇ ਫੋਰਨ ਦੇ ਵਿੱਚ ਉਹ ਕਹਿੰਦੇ ਨੇ ਕਿ ਬੱਚੇ ਨੂੰ ਰਿਸਪੈਕਟਫੁਲੀ ਜਦੋਂ ਕੋਈ ਪ੍ਰੋਬਲਮ ਘਰ ਦੀ ਡਿਸਕਸ ਕਰਨੀ ਹੋਏ ਤਾਂ ਉਹਨੂੰ ਬਾਹਰ ਭੇਜ ਦਿੱਤਾ ਜਾਂਦਾ ਹੈ। ਬੜੀ ਰਿਕੁਐਸਟ ਦੇ ਨਾਲ ਉਸ ਨੂੰ ਬਾਹਰ ਇਸ ਕਰਕੇ ਭੇਜਿਆ ਜਾਂਦਾ ਹੈ ਕਿ ਉਹ ਘਰ ਦੀਆਂ ਵੱਡੀਆਂ ਪ੍ਰੋਬਲਮਸ ਕਰਕੇ ਕਿਧਰੇ ਉਹਦੇ ਕੋਮਲ ਮਨ 'ਤੇ ਕੋਈ ਇਫੈਕਟ ਨਾ ਹੋਏ। ਔਰ ਦੂਸਰੀ ਗੱਲ ਉਹਨਾਂ ਨੇ ਲਿਖੀ ਹੈ ਕਿ ਬੱਚਿਆਂ ਦੇ ਨਾਲ ਹਮੇਸ਼ਾ ਉਹਨਾਂ ਨੂੰ ਐਨਕਰੇਜ ਕਰਨ ਵਾਲੇ ਪਾਸੇ ਹੀ ਸੋਚਣਾ ਚਾਹੀਦਾ ਹੈ। ਮੀਨਸ ਉਹਨਾਂ ਨੂੰ ਜਿਹੜਾ ਵੀ ਉਹ ਅਟੈਂਪਟ ਕਰਨ ਉਸ ਲਈ ਐਨਕਰੇਜ ਕਰਨਾ ਚਾਹੀਦਾ ਹੈ। ਅਤੇ ਕਿਧਰੇ ਅਗਰ ਉਹ ਸਕਸੈਸਫੁਲ ਨਹੀਂ ਹੁੰਦੇ ਤਾਂ ਵੀ ਉਹਨਾਂ ਨੂੰ ਡਿਸਕਰੇਜ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਕਰਸ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਸਕੋਲਡ ਨਹੀਂ ਕਰਨਾ ਚਾਹੀਦਾ, ਬਲਕਿ ਐਨਕਰੇਜ ਕਰਨਾ ਚਾਹੀਦਾ ਹੈ ਕਿ ਟੇਕ ਅਨਦਰ ਚਾਂਸ, ਨੈਕਸਟ ਟਾਈਮ ਤੁਸੀਂ ਵਿਨ ਕਰ ਜਾਓਗੇ। ਸੋ ਇਹ ਦੋ ਗੱਲਾਂ ਮੈਨੂੰ ਬਹੁਤ ਅੱਛੀਆਂ ਲੱਗੀਆਂ ਤੇ ਮੈਂ ਸੋਚਿਆ ਵੀ ਆਪਣੇ ਦਰਸ਼ਕਾਂ ਨਾਲ ਵੀ ਸਾਂਝ ਕਰ ਲਾਂ। ਸੋ ਅਸੀਂ ਹੁਣ ਇਨਵਾਈਟ ਕਰਾਂਗੇ ਆਪਣੇ ਅੱਜ ਦੇ ਕੰਟੈਸਟੈਂਟ ਹੁਸਨਪ੍ਰੀਤ ਕੌਰ ਜੀ, ਜਿਹੜੇ ਮਾਨਸਾ ਤੋਂ ਸਾਡੇ ਨਾਲ ਜੁੜ ਰਹੇ ਹਨ। ਹੁਸਨਪ੍ਰੀਤ ਕੌਰ ਜੀ, ਜੀ ਆਇਆਂ ਨੂੰ। ਆਪ ਜੀ ਆਪਣੇ ਬਾਰੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਸਨਪ੍ਰੀਤ ਕੌਰ ਮਾਨਸਾ ਤੋਂ। ਮੈਂ ਇਸ ਟਾਈਮ ਮੇਰੀ ਏਜ 20 ਈਅਰਸ ਹੈ ਔਰ ਮੈਂ ਦਸ਼ਮੇਸ਼ ਸਕੂਲ ਮਾਨਸਾ ਦੇ ਵਿਖੇ ਟੀਚ ਕਰ ਰਹੀ ਹਾਂ। ਮੈਂ ਆਪ ਜੀ ਨੂੰ ਬਿਗਨਿੰਗ ਤੇ ਰੂਲਸ ਸ਼ੇਅਰ ਕਰਦੇ ਹਾਂ ਗੇਮ ਦੇ। ਇਹਦੇ ਵਿੱਚ ਆਪ ਜੀ ਨੂੰ 9 ਕੁਐਸਚਨਸ ਆਣੇ ਹਨ। ਅਗਰ ਆਪ ਜੀ 9 ਦੇ 9 ਕੁਐਸਚਨਸ ਦੇ ਜਵਾਬ ਦੇ ਦਿੰਦੇ ਹੋ ਤਾਂ ਟਾਈਟਲ ਵਿਨਰ ਇੱਥੋਂ ਬਣ ਕੇ ਜਾਓਗੇ। ਅੱਜ ਫਸਟ ਲੈਵਲ ਤੇ 5 ਕੁਐਸਚਨ ਜਿਨ੍ਹਾਂ ਲਈ 45 ਸੈਕਿੰਡਸ ਦਾ ਟਾਈਮ ਹੋਏਗਾ ਈਚ ਕੁਐਸਚਨ ਵਾਸਤੇ, ਔਰ ਨੈਕਸਟ ਲੈਵਲ ਤੇ 60 ਸੈਕਿੰਡਸ ਦਾ ਟਾਈਮ ਹੋ ਜਾਏਗਾ ਜਿਹਦੇ ਵਿੱਚ 4 ਕੁਐਸਚਨਸ ਆਪ ਨੂੰ ਆਉਣਗੇ। ਪਹਿਲੇ ਲੈਵਲ ਤੇ ਇੱਕ ਲਾਈਫ ਲਾਈਨ ਆਸਕ ਦਾ ਐਕਸਪਰਟ ਦੀ ਆਪ ਜੀ ਨੂੰ ਅਵੇਲੇਬਲ ਹੋਏਗੀ, ਔਰ ਸੈਕਿੰਡ ਲੈਵਲ ਤੇ ਇੱਕ ਹੋਰ ਲਾਈਫ ਲਾਈਨ ਖੁੱਲ ਜਾਏਗੀ ਜਿਹੜੀ ਕਿ 50-50 ਦੀ ਹੋਏਗੀ। ਸੋ ਅਗਰ ਆਪ ਜੀ ਕੰਫਰਟੇਬਲ ਹੋ ਤਾਂ ਵੀ ਕੈਨ ਸਟਾਰਟ ਵਿਦ ਦ ਗੇਮ। ਠੀਕ ਹੈ ਸਰ, ਓਕੇ, ਗੁੱਡ। ਸੋ ਪਹਿਲਾ ਕੁਐਸਚਨ ਹੁਣ ਆਪ ਜੀ ਦੀ ਸਕਰੀਨ ਤੇ, ਵਿਚ ਸਿੱਖ ਗੁਰੂ ਵਾਸ ਇੰਪ੍ਰਿਜ਼ਨਡ ਐਟ ਗਵਾਲੀਅਰ ਬਾਏ ਮੁਗਲ ਐਂਪਰਰ ਜਹਾਂਗੀਰ। ਕਿਸ ਸਿੱਖ ਗੁਰੂ ਨੂੰ ਗਵਾਲੀਅਰ ਵਿਖੇ ਮੁਗਲ ਬਾਦਸ਼ਾਹ ਜਹਾਂਗੀਰ ਨੇ ਕੈਦ ਕੀਤਾ ਸੀ? ਆਪ ਜੀ ਦੇ ਆਪਸ਼ਨਸ, ਏ ਗੁਰੂ ਹਰਗੋਬਿੰਦ ਜੀ, ਬੀ ਗੁਰੂ ਅਮਰਦਾਸ ਜੀ, ਸੀ ਗੁਰੂ ਅਰਜਨ ਸਾਹਿਬ ਜੀ, ਜਾਂ ਡੀ ਗੁਰੂ ਤੇਗ ਬਹਾਦਰ ਜੀ। ਆਪ ਜੀ ਕਿਹੜੀ ਆਪਸ਼ਨ ਨਾਲ ਜਾਣਾ ਚਾਹੁੰਦੇ? ਗੁਰੂ ਹਰਗੋਬਿੰਦ ਸਿੰਘ ਜੀ। ਆਪ ਜੀ ਇਹ ਆਪਸ਼ਨ ਨਾਲ ਜਾਣਾ ਚਾਹੁੰਦੇ ਹੋ। ਬੀ ਸੀ ਡੀ ਆਪ ਜੀ ਨੂੰ ਠੀਕ ਨਹੀਂ ਲੱਗ ਰਹੇ, ਸੋ ਅਸੀਂ ਲੌਕ ਕਰਾਂਗੇ ਜੀ ਇਹ ਆਪਸ਼ਨ ਨੂੰ ਤੇ ਦੇਖਦੇ ਹਾਂ ਕਿ ਆਪ ਜੀ ਦਾ ਇਹ ਜਵਾਬ ਠੀਕ ਹੈ ਜਾਂ ਨਹੀਂ। ਐਂਡ ਇਟਸ ਏ ਕਰੈਕਟ ਆਨਸਰ। ਬਿਲਕੁਲ ਠੀਕ ਜਵਾਬ ਆ ਗਿਆ ਜੀ। ਆਪ ਜੀ ਨੇ ਇਹ ਆਪਸ਼ਨ ਨੂੰ ਲੌਕ ਕਰਾਇਆ। ਗੁਰੂ ਹਰਗੋਬਿੰਦ ਸਾਹਿਬ ਨੂੰ ਜਹਾਂਗੀਰ ਨੇ ਗਵਾਲੀਅਰ ਦੇ ਕਿਲੇ ਵਿਖੇ ਕੈਦ ਕਰਾਇਆ ਸੀ। ਸੋ ਅਗਲਾ ਕੁਐਸਚਨ ਹੁਣ ਆਪ ਜੀ ਦੀ ਸਕਰੀਨ ਤੇ, ਹਾਊ ਕੈਨ ਵੀ ਅਟੇਨ ਬਲਿਸ ਇਨ ਲਾਈਫ ਅਕੋਰਡਿੰਗ ਟੂ ਗੁਰਬਾਣੀ। ਅਸੀਂ ਗੁਰਬਾਣੀ ਅਨੁਸਾਰ ਜੀਵਨ ਵਿੱਚ ਆਨੰਦ ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਆਪ ਜੀ ਦੇ ਆਪਸ਼ਨਸ ਹੁਣ ਆਪ ਜੀ ਦੇ ਸਾਹਮਣੇ, ਏ ਬਾਏ ਫॉरगिविंग, ਬੀ ਬਿਕਮਿੰਗ ਸੈਲਫਲੈਸ, C altruism,
डी ऑल ऑफ दीज। आप जी ਕਿਹੜੇ ऑप्शन ਨਾਲ ਜਾਣਾ ਚਾਹੁੰਦੇ ਹੋ? बाय फॉरगिविंग, किसी ਨੂੰ ਮਾਫ ਕਰਕੇ, बिकमिंग सेल्फलैस, डी ऑप्शन ऑल ऑफ दीज सर। डी ऑप्शन ऑल ऑफ दीज ਨਾਲ ਜਾਣਾ ਚਾਹੁੰਦੇ ਹੋ। ਆਪ ਜੀ ਕਹਿਣਾ ਚਾਹੁੰਦੇ ਹੋ ਕਿ ਗੁਰਬਾਣੀ ਅਨੁਸਾਰ ਆਨੰਦ ਪ੍ਰਾਪਤ ਕਰਨ ਲਈ ਸਾਨੂੰ ਇਹ ਸਾਰੇ ਹੀ ਕੰਮ ਕਰਨੇ ਪੈਣਗੇ। ਬਹੁਤ ਵਧੀਆ, ਦੇਖਦੇ ਹਾਂ ਜੀ ਕਿ ਆਪ ਜੀ ਦਾ ਜਵਾਬ ਠੀਕ ਹੈ ਜਾਂ ਨਹੀਂ। ਔਰ ਇਹ ਬਿਲਕੁਲ ਠੀਕ ਜਵਾਬ ਆ ਗਿਆ ਹੈ। ਆਡੀਓ ਰਾਉਂਡ ਆ ਗਿਆ। ਕੰਪਲੀਟ ਦਾ ਨੈਕਸਟ ਗੁਰਬਾਣੀ ਤੁਕ ਫਰੋਮ ਭਗਤ ਕਬੀਰ ਜੀ ਸਲੋਕਸ। ਭਗਤ ਕਬੀਰ ਜੀ ਦੇ ਸਲੋਕਾਂ 'ਚੋਂ ਇੱਕ ਤੁਕ ਦਾ ਉਚਾਰਨ ਕੀਤਾ ਜਾਏਗਾ, ਦੂਸਰੀ ਤੁਕ ਆਪ ਜੀ ਨੇ ਦੱਸਣੀ ਹੈ। ਸੋ ਲਓ ਸੁਣੋ ਹੁਣ ਇਹ ਤੁਕ। ਆਡੀਓ ਪਲੇ ਪਲੀਜ਼। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕਿਓ ਨਾ ਮੀਤ। ਆਡੀਓ ਸੁਣੀਏ ਆਪ ਜੀ ਨੇ। ਆਪ ਜੀ ਦੀ ਲਾਈਫ ਲਾਈਨ ਜੀਵਿਤ ਹੈ। सर एक्सपर्ट एडवाइस ਐਕਸਪਰਟ ਐਡਵਾਈਸ ਦੀ ਐਕਸਪਰਟ ਐਡਵਾਈਸ ਲੈਣਾ ਚਾਹੁੰਦੇ ਹੋ। ਐਕਸਪਰਟ ਐਡਵਾਈਸ ਲਈ ਸਾਡੇ ਨਾਲ ਅੱਜ ਜੁੜ ਰਹੇ ਹਨ ਸਰਦਾਰ ਹਰਮਨ ਸਿੰਘ ਜੀ, ਟੋਰਾਂਟੋ ਕੈਨੇਡਾ ਤੋਂ। ਜਿਹੜੀ ਕਬੀਰ ਜੀ ਦਾ ਸ਼ਲੋਕ ਸੁਣਾਇਆ ਗਿਆ ਹੈ, ਉਸ ਸ਼ਲੋਕ ਨੂੰ ਪੂਰਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਜੀ ਦੀ ਅਗਲੀ ਤੁਕ ਹੈ, ਚਾਲੇ ਥੇ ਹਰ ਮਿਲਨ ਕੋ, ਪੀਛੇ ਅਟਕਿਓ ਚੀਤ। ਚਾਲੇ ਥੇ ਹਰ ਮਿਲਨ ਕੋ, बीचै अटक्यो चीत। आप जी ने सुनिया हरमन सिंह जी ਨੂੰ। आप जी ਉਹਨਾਂ ਦੇ ਇਸ ਜਵਾਬ ਨਾਲ ਮੁਤਫਿਕ ਹੋ? जी सर, हाँ जी। ਔਰ ਆਪ ਜੀ ਦਾ ਜਵਾਬ ਬਿਲਕੁਲ ਠੀਕ ਹੋ ਗਿਆ ਹੈ। ਔਰ ਅਸੀਂ ਧੰਨਵਾਦ ਮਿਲ ਕੇ ਕਰ ਲਈਏ ਹਰਮਨ ਸਿੰਘ ਜੀ ਦਾ। ਥੈਂਕ ਯੂ ਸੋ ਮਚ ਹਰਮਨ ਸਿੰਘ ਜੀ, ਆਪ ਜੀ ਸ਼ੋਅ ਦੇ ਨਾਲ ਜੁੜੇ। ਸ਼ੋਅ ਦੀ ਸ਼ੋਭਾ ਵਧਾਈ। ਥੈਂਕ ਯੂ ਸੋ ਮਚ। थैंक यू सर। You're welcome Husanpreet Kaur ji. I'm glad I was able to help you. ਸੋ ਆਪ ਜੀ ਨੇ ਇਹ ਜਵਾਬ ਬਿਲਕੁਲ ਠੀਕ ਦੇ ਦਿੱਤਾ ਹੈ। ਔਰ ਅਸੀਂ ਵਧਾਂਗੇ ਅਗਲਾ ਕੁਐਸਚਨ ਲੈ ਕੇ ਆਪ ਜੀ ਲਈ। ਆਪ ਜੀ ਦੀ ਸਕਰੀਨ ਤੇ ਆ ਰਿਹਾ ਹੈ, ਵਾਟ ਇਜ਼ ਦਾ ਮੀਨਿੰਗ ਆਫ ਹਾਈਲਾਈਟਡ ਵਰਡ ਇਨ ਦੀ ਫੋਲੋਇੰਗ ਗੁਰਬਾਣੀ ਵਰਸ। ਗੁਰਬਾਣੀ ਦੀ ਹੇਠ ਲਿਖੀ ਤੁਕ ਵਿੱਚ ਉਜਾਗਰ ਹੋਏ ਸ਼ਬਦ ਦਾ ਕੀ ਅਰਥ ਹੈ? ਆਜ ਕਾਲ ਤਜ ਜਾਓਗੇ ਜਿਉ ਕਾਂਚੁਰੀ ਪੋਯੰਗ। ਆਪ ਜੀ ਕਾਂਚੁਰੀ ਜਿਹੜਾ ਲਫ਼ਜ਼ ਹਾਈਲਾਈਟਡ ਹੈ, ਉਹਦਾ ਜਵਾਬ ਨੀਚੇ ਦਿੱਤੇ ਗਏ ਆਪਸ਼ਨਸ ਦੇ ਵਿੱਚੋਂ ਸਿਲੈਕਟ ਕਰਨਾ ਹੈ। ਏ ਹਨੇਰਾ, ਬੀ ਅੰਕਾਰ, ਸੀ ਸੱਪ ਦੀ ਖਲ ਜਾਂ ਡੀ ਕਸਵਟੀ। ਕਿਹੜੇ ਆਪਸ਼ਨ ਨਾਲ ਆਪ ਜੀ ਜਾਣਾ ਚਾਹੋਗੇ? सी ऑप्शन सर, सप दी खाल। ਸੀ ਆਪਸ਼ਨ ਸੱਪ ਦੀ ਖਲ ਆਪ ਕਹਿਣਾ ਚਾਹੁੰਦੇ ਹੋ। ਕਾਂਚੁਰੀ ਦਾ ਮਤਲਬ ਹੈ। ਸੋ ਲੌਕ ਕਰਦੇ ਹਾਂ ਜੀ। ਅਗਰ ਆਪ ਜੀ ਨੂੰ ਪੂਰਾ ਭਰੋਸਾ ਹੈ ਇਸ ਜਵਾਬ ਤੇ, ਤਾਂ ਅਸੀਂ ਲੌਕ ਕਰ ਰਹੇ ਹਾਂ। ਔਰ ਲੌਕ ਕਰਕੇ ਅਸੀਂ ਦੇਖਿਆ ਕਿ ਆਪ ਜੀ ਦਾ ਜਵਾਬ ਬਿਲਕੁਲ ਠੀਕ ਹੈ ਜੀ। ਬਹੁਤ ਵਧੀਆ। ਆਪ ਜੀ ਨੇ 4 ਕੁਐਸਚਨ ਦੇ ਜਵਾਬ, ਇੱਕ ਲਾਈਫ ਲਾਈਨ ਨੋ ਡਾਊਟ ਯੂਜ਼ ਕੀਤੀ ਹੈ। ਪਰ 5ਵੇਂ ਕੁਐਸਚਨ ਤੇ ਜਿਹੜਾ ਕਿ ਲੈਵਲ 1 ਦਾ ਲਾਸਟ ਕੁਐਸਚਨ ਹੈ, ਆਪ ਜੀ ਉਸ ਤੇ ਪੁੱਜ ਗਏ ਹੋ। ਵਿਜ਼ੂਅਲ ਰਾਉਂਡ, ਆਈਡੈਂਟੀਫਾਈ ਦਾ ਸਿੱਖ ਪਰਸਨੈਲਿਟੀ। ਆਪ ਜੀ ਨੂੰ ਹੁਣ ਇਮੇਜ ਦਿਖਾਈ ਜਾ ਰਹੀ ਹੈ। ਇਮੇਜ ਆਪ ਜੀ ਦੇ ਸਾਹਮਣੇ। ਹੁਣ ਆਪ ਜੀ ਲਈ ਆਪਸ਼ਨਸ ਆ ਰਹੀਆਂ ਹਨ। ਏ ਨਵਨੀਤ ਕੌਰ, ਬੀ ਸੰਦੀਪ ਕੌਰ, ਸੀ ਬੀਬੀ ਪ੍ਰਕਾਸ਼ ਕੌਰ ਜਾਂ ਡੀ ਹਰਮਨਪ੍ਰੀਤ ਕੌਰ। ਕਿਹੜੀ ਆਪਸ਼ਨ ਨਾਲ ਆਪ ਜੀ ਜਾਣਾ ਚਾਹੁੰਦੇ? सी ऑप्शन सर, बीबी प्रकाश कौर। ਬੀਬੀ ਪ੍ਰਕਾਸ਼ ਕੌਰ ਆਪ ਜੀ ਕਹਿਣਾ ਚਾਹੁੰਦੇ ਹੋ। ਸੋ ਅਗਰ ਆਪ ਜੀ ਦਾ ਫਾਈਨਲ ਆਨਸਰ ਹੈ ਤਾਂ ਅਸੀਂ ਲੌਕ ਕਰ ਦਿੰਦੇ ਹਾਂ। ਫਾਈਨਲ ਆਨਸਰ? हाँ जी सर। ਸੋ ਸੀ ਆਪਸ਼ਨ ਨੂੰ ਪਲੀਜ਼ ਲੌਕ ਕੀਤਾ ਜਾਏ ਜੀ। ਸੰਪ੍ਰੀਤ ਕੌਰ ਜੀ, ਆਪ ਜੀ ਕਿਧਰੇ ਭੁਲੇਖਾ ਖਾ ਗਏ। ਇਹ ਬੀਬੀ ਸੰਦੀਪ ਕੌਰ ਜੀ ਦੀ ਇਮੇਜ ਸੀ। ਆਪ ਜੀ ਨੂੰ ਬੀਬੀ ਪ੍ਰਕਾਸ਼ ਕੌਰ ਜੀ ਬਾਰੇ ਪਤਾ ਹੈ? सर मैंने थोड़ा भुलेखा लग्या सी भी प्रकाश कौर जी दी। ਹੁਸਨਪ੍ਰੀਤ ਕੌਰ ਜੀ, ਆਪ ਜੀ ਦਾ ਇਹ ਜਵਾਬ ਠੀਕ ਨਹੀਂ ਹੈ। ਇਹ ਸੰਦੀਪ ਕੌਰ ਜੀ ਦੀ ਇਮੇਜ ਸੀ। ਬੀਬੀ ਸੰਦੀਪ ਕੌਰ from Amritsar has adopted 278 girls and has raised them as her own. She is an in charge of Bhai Dharam Singh Khalsa Charitable Trust based in Amritsar, India. ਸੋ ਇੱਕ ਬਹੁਤ ਹੀ ਭਲੇ ਦੇ ਕੰਮ ਵਿੱਚ ਇਹ ਸੰਦੀਪ ਕੌਰ ਬੀਬੀ ਲੱਗੇ ਹੋਏ ਹਨ। ਸੋ ਅਸੀਂ ਇਹਨਾਂ ਨੂੰ ਸੈਲਿਊਟ ਕਰਦੇ ਹਾਂ। ਹੁਸਨਪ੍ਰੀਤ ਕੌਰ ਜੀ, ਅਸੀਂ ਆਪ ਜੀ ਦੇ ਨਾਲ ਅੱਗੇ ਨਹੀਂ ਵੱਧ ਸਕਾਂਗੇ। ਆਪ ਜੀ ਨੂੰ ਪਿਆਰ ਤੇ ਸਤਿਕਾਰ ਦੇਣ ਲਈ ਮੈਂ ਰਿਕੁਐਸਟ ਕਰ ਰਿਹਾ ਸਰਦਾਰ ਕੰਵਰਦੀਪ ਸਿੰਘ ਜੀ, ਡਾਇਰੈਕਟਰ
ਸਿਮਕੋ ਗਰੁੱਪ, ਨਾਲ ਹੀ ਸਾਡੇ ਟੀਮ ਮੈਂਬਰ ਸਰਦਾਰਨੀ ਸਰੋਜ ਕੌਰ ਜੀ, ਆਪ ਜੀ ਨੂੰ ਸਿਮਕੋ ਵੱਲੋਂ ਇੱਕ ਗਿਫਟ ਹੈਂਪਰ ਕੈਸ਼ ਪ੍ਰਾਈਜ਼ ਵਾਈਬਰ ਟੀਵੀ ਔਰ ਇੱਕ ਗਿਫਟ ਹੈਂਪਰ ਫਰੈਬੋ ਵੱਲੋਂ ਦੇ ਰਹੇ ਹਾਂ। ਪਲੀਜ਼ ਐਕਸੈਪਟ। आओ बनिए गुरसिख प्यारा, आओ बनिए गुरसिख प्यारा। ਅਸੀਂ ਆਪਣੇ ਦਰਸ਼ਕਾਂ ਕੋਲੋਂ ਇੱਥੇ ਲਵਾਂਗੇ ਇੱਕ ਛੋਟਾ ਜਿਹਾ ਬ੍ਰੇਕ ਦੇ ਵਿੱਚ ਇੱਕ ਆਡੀਅנס ਕੁਐਸਚਨ ਆ ਰਿਹਾ ਹੈ, ਉਸ ਦਾ ਜਵਾਬ ਸਕਰੀਨ ਤੇ ਲਿਖੇ ਪ੍ਰੋਸੀਜਰ ਅਨੁਸਾਰ ਆਪ ਜੀ ਸਾਨੂੰ ਆਪਣੀ ਫੋਟੋ, ਆਪਣੇ ਨਾਮ ਔਰ ਸਿਟੀ ਨੇਮ ਦੇ ਨਾਲ ਜਲਦੀ ਭੇਜ ਦਿਓ ਤਾਂ ਕਿ ਅਗਲੇ ਹਫਤੇ ਜਵਾਬ ਠੀਕ ਹੋਣ ਤੇ ਫਸਟ 15 ਕੰਟੈਸਟੈਂਟਸ ਦੀ ਅਸੀਂ ਫੋਟੋ ਟੀਵੀ ਤੇ ਦਿਖਾਉਂਦੇ ਹਾਂ। ਸੋ ਬ੍ਰੇਕ ਤੋਂ ਬਾਅਦ ਮੇਰੇ ਕੋ ਐਂਕਰ ਸਰਦਾਰ ਕੁਲਮੋਹਨ ਸਿੰਘ ਜੀ ਇਸ ਗੇਮ ਨੂੰ ਨਵੇਂ ਕੰਟੈਸਟੈਂਟ ਦੇ ਨਾਲ ਜਾਰੀ ਰੱਖਣਗੇ। ਕਿਧਰੇ ਜਾਇਓ ਨਾ। ਰਫਤਾਰ ਭਰੀ ਜ਼ਿੰਦਗੀ ਵਿੱਚ ਜ਼ਰੂਰਤ ਹੈ ਸਮੇਂ ਤੋਂ ਅੱਗੇ ਰਹਿਣ ਦੀ, ਤਰੱਕੀ ਦੀ ਰਾਹ ਤੇ ਸਾਥੀਆਂ ਨੂੰ ਨਾਲ ਰੱਖਣ ਦੀ। ਕੌਨਫੀਡੈਂਸ ਹੈ ਦੁਨੀਆ ਸਾਹਮਣੇ ਹਰ ਰੂਪ ਦੇ ਵਿੱਚ ਖੜੇ ਹੋਣ ਦਾ, ਤੇ ਕੌਨਫੀਡੈਂਸ ਮਿਲਦਾ ਹੈ ਸਿਮਕੋ ਤੋਂ। ਸਿਮਕੋ ਸੁਪਰੀਮ हेयर ਫਿਕਸਰ, ਸਿਮਕੋ ਕਲਾਸਿਕ हेयर ਫਿਕਸਰ, ਪਰਸਨੈਲਿਟੀ ਨੂੰ ਨਿਖਾਰਨ ਵਾਲਾ ਭਰੋਸੇਮੰਦ ਸਾਥੀ। ਇਸ ਲਈ ਅੱਜ ਵੀ ਅਨੇਮ ਯੂ ਕੈਨ ਰਿਲਾਈ ਅਪਨ ਸਿਮਕੋ। समीर, Wow! Just point and move. स्पेशलिस्ट एलईडी टीवी, स्मार्ट फीचर्स के साथ। महंगा होगा, खुद देख ले। बेहतरीन पिक्चर, स्टाइलिश डिजाइन, 3 साल की वारंटी। वाइबर द एलईडी टीवी स्पेशलिस्ट। When it's about style, it's Simco. Simco Swift Power Hairspray in Mega Strong, System Professional and Ultra Strong. Simco Swift Power Hairspray. Style begins with it. ਸਾਡੀ ਮਾਂ ਬੋਲੀ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Today's audience question is, name the young Sikh achiever who is known as world's first Oman artist. ਆਪ ਜੀ ਆਪਣੇ ਜਵਾਬ ਸਕਰੀਨ ਤੇ ਲਿਖੇ ਪ੍ਰੋਸੀਜਰ ਅਨੁਸਾਰ ਸਾਨੂੰ ਭੇਜ ਸਕਦੇ ਹੋ। ਧੰਨਵਾਦ ਜੀ। आओ बनिए गुरसिख प्यारा, आओ बनिए गुरसिख प्यारा। सिक्खी दा इतिहास सुनहरा, सिक्खी दा इतिहास सुनहरा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਆਓ ਬਣੀਏ ਗੁਰਸਿੱਖ ਪਿਆਰਾ ਪ੍ਰੋਗਰਾਮ ਵਿੱਚ ਅਸੀਂ ਸਵਾਗਤ ਕਰਦੇ ਹਾਂ। ਦਰਸ਼ਕੋ, ਬ੍ਰੇਕ ਤੋਂ ਪਹਿਲਾਂ ਮੇਰੇ ਕੋਰ ਐਂਕਰ ਵੀਰ ਸਰਦਾਰ ਹਰਜਿੰਦਰ ਸਿੰਘ ਜੀ ਇਸ ਪ੍ਰਤੀਯੋਗਤਾ ਨੂੰ ਚਲਾ ਰਹੇ ਸਨ। ਹੁਣ ਬ੍ਰੇਕ ਤੋਂ ਬਾਅਦ ਨਵੇਂ ਪ੍ਰਤੀਯੋਗੀ ਦੇ ਨਾਲ ਇਸ ਪ੍ਰਤੀਯੋਗਤਾ ਨੂੰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਸੋ ਸਾਡੇ ਨਵੇਂ ਪ੍ਰਤੀਯੋਗੀ ਹਨ ਸਰਦਾਰ ਗੁਰਜਿੰਦਰ ਸਿੰਘ ਜੀ, ਜਿਹੜੇ ਕਿ ਦਿੱਲੀ ਤੋਂ ਸਾਡੇ ਨਾਲ ਜੁੜੇ ਹੋਏ ਨੇ। ਜੀ ਆਇਆਂ ਨੂੰ ਸਾਹਿਬ ਗੁਰਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਜੀ ਸਾਹਿਬ ਗੁਰਜਿੰਦਰ ਸਿੰਘ ਜੀ, ਆਪਣੇ ਬਾਰੇ ਕੁਝ ਦੱਸੋ। ਆਪ ਕੀ ਕਰਦੇ ਹੋ? ਮੈਂ ਨਵੀਂ ਦਿੱਲੀ ਤੋਂ ਹੈ ਜੀ, ਮੇਰਾ ਆਪਣਾ ਪ੍ਰਾਈਵੇਟ ਬਿਜ਼ਨਸ ਹੈਗਾ ਜੀ। ਸੋ ਆਪ ਜੀ ਇਸ ਪ੍ਰਤੀਯੋਗਤਾ ਨਾਲ ਜੁੜੇ ਹੋ, ਕਿੱਦਾਂ ਤੁਹਾਨੂੰ ਇੰਟਰਸਟ ਹੋਇਆ ਇਹਦੇ ਨਾਲ? ਸਿਲੈਕਸ਼ਨ ਟੈਸਟ ਵਿੱਚ ਗਿਆ ਸੀਗਾ ਤਾਂ ਉੱਥੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਵੀ ਇਹਦੇ ਵਿੱਚ ਪਾਰਟਿਸਿਪੇਟ ਕਰ ਲਓ ਜੀ। ਤਾਂ ਮੈਂ ਪਾਰਟਿਸਿਪੇਟ ਕੀਤਾ ਤਾਂ ਮੈਂ ਵੀ ਉੱਥੋਂ ਸਿਲੈਕਟ ਹੋ ਗਿਆ ਜੀ।
ਸੋ ਸਰਦਾਰ ਗੁਰਜਿੰਦਰ ਸਿੰਘ ਜੀ, ਅਸੀਂ ਸ਼ੁਰੂ ਕਰਦੇ ਹਾਂ ਆਪ ਜੀ ਨਾਲ ਪ੍ਰਤੀਯੋਗਤਾ। ਇਸ ਤੋਂ ਪਹਿਲਾਂ ਮੈਂ ਆਪ ਜੀ ਨੂੰ ਰੂਲ ਦੱਸਣਾ ਚਾਹਾਂਗਾ ਕਿ ਇਸ ਪ੍ਰਤੀਯੋਗਤਾ ਦੇ ਕੀ ਰੂਲ ਹਨ। ਇਹਦੇ ਅੰਦਰ ਟੋਟਲ 9 ਪ੍ਰਸ਼ਨ ਪੁੱਛੇ ਜਾਣੇ ਨੇ ਔਰ ਇਹਦੇ 2 ਭਾਗ ਨੇ। ਪਹਿਲੇ ਭਾਗ ਦੇ ਵਿਚਕਾਰ 5 ਪ੍ਰਸ਼ਨ ਨੇ ਔਰ ਇੱਕ ਲਾਈਫ ਲਾਈਨ ਹੈ ਔਰ ਜਿਸ ਦਾ ਨਾਮ ਹੈਗਾ ਕਿ ਆਪ ਐਕਸਪਰਟ ਕੋਲੋਂ ਰਾਏ ਲੈ ਸਕਦੇ ਹੋ ਔਰ ਨਾਲ ਹੀ ਇਹਦੇ ਅੰਦਰ ਤੁਹਾਨੂੰ 45 ਸਕਿੰਟ ਦਾ ਟਾਈਮ ਮਿਲੇਗਾ। ਔਰ ਦੂਸਰੇ ਹਿੱਸੇ ਦੇ ਵਿਚਕਾਰ ਜਿਹੜਾ ਹੈ 4 ਪ੍ਰਸ਼ਨ ਨੇ ਔਰ ਟਾਈਮ ਹੋ ਜਾਏਗਾ 60 ਸੈਕਿੰਡ ਯਾਨੀ 1 ਮਿੰਟ ਦਾ ਔਰ ਤੁਹਾਡੇ ਕੋਲ ਇੱਕ ਲਾਈਫ ਲਾਈਨ ਹੋਰ ਮਿਲ ਜਾਏਗੀ ਜਿਹੜੀ ਕਿ ਹੋਏਗੀ 50-50। ਸੋ ਆਪ ਜੀ ਰੂਲ ਸਮਝ गए हो? हाँ जी। तो प्रतियोगिता ਦੇ ਸਵਾਲ ਸ਼ੁਰੂ ਕਰੀਏ। ਸੋ ਸਾਹ ਗੁਰਜਿੰਦਰ ਸਿੰਘ ਜੀ ਦਿੱਲੀ ਤੋਂ ਸਾਡੇ ਨਾਲ ਜੁੜੇ ਨੇ, ਇਹਨਾਂ ਨੂੰ ਅਸੀਂ ਪਹਿਲਾ ਪ੍ਰਸ਼ਨ ਪੁੱਛਣ ਜਾ ਰਹੇ ਹਾਂ। ਤੋ ਅੱਜ ਦੇ ਇਹਨਾਂ ਵਿੱਚੋਂ ਕਿਹੜਾ ਸਿੱਖ ਇਤਿਹਾਸ ਨਾਲ ਸੰਬੰਧਿਤ ਨਹੀਂ ਹੈ? ਤੁਹਾਡੀਆਂ ਆਪਸ਼ਨਸ ਨੇ A ਛੋਟਾ ਘੱਲੂਘਾਰਾ, B ਜਲਿਆਂਵਾਲਾ ਬਾਗ ਸਾਕਾ, C ਪਾਣੀਪਤ ਦਾ ਯੁੱਧ, D ਚਮਕੌਰ ਦਾ ਯੁੱਧ। ਸਿੱਖ ਇਤਿਹਾਸ ਨਾਲ ਸੰਬੰਧਿਤ ਨਹੀਂ ਹੈ। सी ऑप्शन जी, पानीपत का युद्ध। तो ऑप्शन C ਨੂੰ ਲੌਕ ਕਰਦੇ ਹਾਂ ਕਿ ਸਰਦਾਰ ਗੁਰਜਿੰਦਰ ਸਿੰਘ ਜੀ ਕਹਿੰਦੇ ਨੇ ਕਿ ਪਾਣੀਪਤ ਦਾ ਯੁੱਧ ਜਿਹੜਾ ਹੈ ਉਹ ਸਿੱਖ ਇਤਿਹਾਸ ਨਾਲ ਸੰਬੰਧਿਤ ਨਹੀਂ ਹੈ। ਇਹਨੂੰ ਲੌਕ ਕਰਕੇ ਦੇਖਦੇ ਹਾਂ ਕਿ ਬਈ ਇਹ ਠੀਕ ਹੈ ਕਿ ਗਲਤ। ਸਰ ਗੁਰਜਿੰਦਰ ਸਿੰਘ ਜੀ, ਤੁਹਾਡਾ ਬਿਲਕੁਲ ਠੀਕ ਜਵਾਬ ਹੈ ਕਿ ਪਾਣੀਪਤ ਦਾ ਯੁੱਧ ਜਿਹੜਾ ਹੈ ਉਹ ਸਿੱਖ ਇਤਿਹਾਸ ਦੇ ਵਰਕਿਆਂ ਤੇ ਇਹਦਾ ਕੋਈ ਸੰਬੰਧ ਨਹੀਂ ਹੈ। ਸੋ ਹੁਣ ਅਗਲਾ ਪ੍ਰਸ਼ਨ, ਦੂਸਰਾ ਪ੍ਰਸ਼ਨ ਆਪ ਜੀ ਦੀ ਸਕਰੀਨ ਤੇ। ਗੁਰਬਾਣੀ ਦੇ ਅਨੁਸਾਰ ਅਸੀਂ ਕਿਸ ਤਰ੍ਹਾਂ ਸਰਵ ਵਿਆਪੀ ਪ੍ਰਮਾਤਮਾ ਨੂੰ ਮਹਿਸੂਸ ਕਰ ਸਕਦੇ ਹਾਂ? ਤੁਹਾਡੀਆਂ ਆਪਸ਼ਨ ਨੇ ਤੀਰਥ ਯਾਤਰਾ, ਰਸਮ ਅਦਾ ਕਰਨਾ, C ਨੇਕੀ ਜੀਵਨ, D ਮੂਰਤੀ ਪੂਜਾ। ਕਿਹੜੀ ਆਪਸ਼ਨ ਨਾਲ ਜਾਣਾ ਚਾਹੋਗੇ? सर सी ऑप्शन, नेकी जीवन। ਨੇਕੀ ਜੀਵਨ ਲੌਕ ਕੀਤਾ ਜਾਵੇ ਜੀ। ਦੇਖਦੇ ਹਾਂ ਕਿ ਉੱਤਰ ਠੀਕ ਹੈ ਕਿ ਨਹੀਂ ਹੈ। ਉੱਤਰ ਬਿਲਕੁਲ ਠੀਕ ਹੈ, ਜਿਹੜਾ ਕਿ ਵਰਚੁਅਸ ਲਾਈਫ ਯਾਨੀ ਕਿ ਨੇਕੀ ਜੀਵਨ ਜਿਹੜਾ ਹੈ ਬਿਲਕੁਲ ਠੀਕ ਉੱਤਰ ਦਿੱਤਾ ਹੈ। ਸੋ ਆਪ ਜੀ ਨੇ ਕਾਫੀ ਮਤਲਬ ਇਸ ਨੂੰ ਸਟੱਡੀ ਕੀਤਾ ਔਰ ਫਿਰ ਇਹਦੇ ਵਿਚਕਾਰ ਹਿੱਸਾ ਲੈਣ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਤਿਆਰ ਵੀ ਕੀਤਾ। ਸਰ ਇਹ ਤਿਆਰੀ ਸਾਰੀ ਬੱਚਿਆਂ ਦੇ ਨਾਲ ਹੀ ਕੀਤੀ ਹੈ ਜੀ, ਕਿ ਬੱਚਿਆਂ ਨੂੰ ਕਰਾਉਂਦੇ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਗਿਆ ਜੀ। तो तीसरा प्रश्न पूछन जा रहे हैं ਤੁਹਾਨੂੰ। तीसरा प्रश्न आप जी ਦੀ ਸਕਰੀਨ ਤੇ। ऑडियो कंप्लीट द नेक्स्ट गुरबाणी तुक फ्रॉम भगत कबीर जी श्लोक, यानी कि आप जी ਨੂੰ भगत कबीर जी ਦੇ श्लोक ਦੇ ਸੁਣਾਇਆ ਜਾਏਗਾ और उस श्लोक के अंदर आप जी एक तुक सुनाई दी, दूसरी तुक आप जी ने पूरी करनी है। सो ये ऑडियो क्लिप शुरू की जा रही है। कबीर सोई मुख धन है जा मुख कहिए राम। सो अगली तुक आपने दसनी है, समा शुरू हो गया। ਸਰਦਾਰ ਗੁਰਜਿੰਦਰ ਸਿੰਘ ਜੀ, ਆਪ ਜੀ ਦਾ ਸਮਾਂ ਚੱਲਦਾ ਪਿਆ ਤੇ ਅਗਲੀ ਜਿਹੜੀ ਉਹਦੀ ਤੁਕ ਹੈ ਉਹਨੂੰ ਪੂਰਾ ਕਰੋ ਜੀ। ਦੇਹੀ ਕਿਸਕੀ ਵਾਪਰੀ ਪਵਿੱਤ ਹੋਏਗੋ ਗ੍ਰਾਮ। ਦੇਗੀ ਕਿਸਕੀ ਵਾਪਰੀ ਪਵਿੱਤ ਹੋਏਗੇ ਗ੍ਰਾਮ। ਸੋ ਤੁਸੀਂ ਇਸ ਤੁਕ ਨੂੰ ਠੀਕ ਤਰੀਕੇ ਦਾ ਜਵਾਬ ਦੇ ਦਿੱਤਾ ਔਰ ਤੁਸੀਂ ਸਫਲਤਾਪੂਰਵਕ ਇਸ ਪ੍ਰਤੀਯੋਗਤਾ ਵਿੱਚ ਅੱਗੇ ਵਧ ਗਏ ਹੋ। ਸੋ ਸਰਦਾਰ ਗੁਰਜਿੰਦਰ ਸਿੰਘ ਜੀ, ਮੈਂ ਤੁਹਾਨੂੰ ਵਧਾਈ ਦੇ ਰਿਹਾ ਕਿ ਹੁਣ ਤੁਸੀਂ ਅਗਲੇ ਪ੍ਰਸ਼ਨ ਵੱਲ ਵਧ ਰਹੇ ਹੋ। ਅਗਲਾ ਪ੍ਰਸ਼ਨ ਆਪ ਜੀ ਦੀ ਸਕਰੀਨ ਤੇ। ਸੋ ਹੁਣ ਆਪ ਜੀ ਨੂੰ ਇਹ ਗੁਰਬਾਣੀ ਦੀ ਤੁਕ ਜਿਹੜੀ ਹੈ ਇਹ ਸਾਹਮਣੇ ਸਕਰੀਨ ਤੇ ਦੀ ਹੈ ਔਰ ਇੱਥੇ ਜਿਹੜਾ ਹੈ ਮਲਿਆਗਰ ਜਿਹੜਾ ਸ਼ਬਦ ਹੈ ਇਸ ਦਾ ਤੁਸੀਂ ਤੁਹਾਨੂੰ ਜਿਹੜੀਆਂ ਆਪਸ਼ਨ ਸਾਨੂੰ ਦਿੱਤੀਆਂ ਜਾ ਰਹੀਆਂ ਨੇ ਉਹਦੇ ਵਿੱਚੋਂ ਦੱਸਣਾ ਹੈ ਕਿ ਉਹਦਾ ਰਾਈਟ ਆਨਸਰ ਕੀ ਹੈ। ਸੋ पहली ऑप्शन है ए किश्ती, बी समुंदर, सी औखा, डी चंदन। जी ऑप्शन है कि डी चंदन। सर गुरजिंदर सिंह जी, तुसी इस बाणी तुक नूं समझ लिया सी ना? जी सर। ऑप्शन डी नूं लॉक कीता है तो तुहाडा उत्तर बिल्कुल ठीक है। चंदन जिहड़ा उत्तर है बिल्कुल ठीक है। सो अगला प्रश्न असीं हुण तुहानूं पुछण जा रहे हां। जिहड़ा ਪੰਜਵਾਂ ਪ੍ਰਸ਼ਨ ਆਪ ਜੀ ਦੀ ਸਕਰੀਨ ਤੇ ਆ ਰਿਹਾ ਹੈ ਤੇ ਮੈਨੂੰ ਆਸ ਹੈ ਕਿ ਤੁਸੀਂ ਉਹਦਾ ਵੀ ਜਵਾਬ ਦਿਓਗੇ ਤੇ ਅੱਗੇ ਵਧੋਗੇ। ਹੁਣ ਆਪ ਜੀ ਨੂੰ ਇੱਕ ਸ਼ਖਸੀਅਤ ਦਾ ਜਿਹੜਾ ਚਿੱਤਰ ਦਿਖਾਇਆ ਜਾਣਾ, ਯਾਨੀ ਕਿ
ਵਿਜ਼ੂਅਲ ਆਇਡੈਂਟੀਫਾਈ ਦ ਸਿੱਖ ਪਰਸਨੈਲਿਟੀ। ਤੁਹਾਨੂੰ ਇੱਕ ਸਿੱਖ ਪਰਸਨੈਲਿਟੀ ਦੀ ਸ਼ਕਲ ਦਿਖਾਈ ਜਾਣੀ ਹੈ ਔਰ ਆਪ ਜੀ ਨੇ ਇਹ ਦੱਸਣਾ ਹੈ ਕਿ ਇਹ ਕਿਹਨਾਂ ਦੀ ਚਿੱਤਰ ਹੈ। ਤਾਂ ਚਿੱਤਰ ਤੁਹਾਡੀ ਸਕਰੀਨ ਤੇ। ਸਮਾਂ ਸ਼ੁਰੂ ਹੋ ਚੁੱਕਾ ਹੈ ਔਰ ਤੁਹਾਡੀਆਂ ਆਪਸ਼ਨਸ ਨੇ ਸਰਦਾਰ ਹਰਦੀਪ ਸਿੰਘ, ਬੀ ਸਰਦਾਰ ਨਵਜੀਤ ਸਿੰਘ, ਸੀ ਸਰਦਾਰ ਹਰਦਿਤ ਸਿੰਘ, ਡੀ ਅਮਨਜੋਤ ਸਿੰਘ। ਸਰ ਆਪਸ਼ਨ ਸੀ ਸਰਦਾਰ ਹਰਦੀਪ ਸਿੰਘ। ऑप्शन सी सरदार हरदीप सिंह। सो देखते हैं लॉक करके कि थोड़ा उत्तर ठीक है कि नहीं। सरदार हरदीप सिंह इज द राइट आंसर। थोड़ा उत्तर बिल्कुल ठीक है। आप जी ने गुरजिंदर सिंह जी ठीक उत्तर दिता है और सरदार हरदीप सिंह इन्हां बारे मैं दसना चाहांगा दर्शकों नूं। द फर्स्ट इंडियन टू फ्लाई एज ए पायलट इन द रॉयल फ्लाइंग कॉर्प्स during the First World War. After the war, he served as an Indian civil servant and diplomat, becoming the first Indian High Commissioner to Canada and later Indian Ambassador to France. सर सिलेबस ਦੇ ਵਿੱਚ ਸੀਗਾ ਜੀ ਇਹਨਾਂ ਦਾ। सिलेबस ਦੇ ਵਿੱਚ ਸੀ। ਅਗਲਾ ਪ੍ਰਸ਼ਨ 6ਵਾਂ ਪ੍ਰਸ਼ਨ ਆਪ ਜੀ ਦੀ ਸਕਰੀਨ ਤੇ। ਗੁਰਿਆਈ ਉਪਰੰਤ ਗੁਰੂ ਤੇਗ ਬਹਾਦਰ ਸਾਹਿਬ ਜੀ ਕੀਰਤਪੁਰ ਕਦੋਂ ਗਏ ਸੀ। ਤੁਹਾਡੀਆਂ ਆਪਸ਼ਨਸ ਨੇ A 22 ਮਾਰਚ 1664, B 12 ਅਕਤੂਬਰ 1664, C 22 ਅਕਤੂਬਰ 1664, D 12 ਮਾਰਚ 1664। ਸਮਾਂ ਸ਼ੁਰੂ ਹੋ ਗਿਆ ਹੈ। ਬੜਾ ਸੋਚ ਕੇ ਜਵਾਬ ਦੇਣਾ। ਤੁਸੀਂ ਬਹੁਤ ਅੱਛਾ ਖੇਲਦੇ ਪਏ ਹੋ और मैनू आस है कि तुसी इस प्रतियोगिता च अगे वधोगे। बड़ा सोच के जवाब देना। समा काफ़ी है तुहाडे कोल। काफ़ी का मतलब ये नहीं कि समा पूरा हो जाए। ध्यान रख। सर एडवाइस चाहिए जी अंदर, एक्सपर्ट एडवाइस। लाइफ लाइन लेना चाहोगे? एक्सपर्ट की तुसी राय लेना चाहते हो? सो साढ़े नाल सरदार मननदीप सिंह जी वैनकूवर कैनेडा तो जुड़े हुए ने। वाहिगुरू जी का खालसा वाहिगुरू जी की फतेह। साहब मननदीप सिंह जी आप जी वैनकूवर कैनेडा तो हमेशा साढ़े प्रतियोगियों को सहयोग देने वास्ते, उन्होंने गाइड करने वास्ते अपनी राय देंदे हो और हमेशा असी आप जी दे नाल जुड़ते हैं। सो आज साहब गुरजिंदर सिंह जी जिहड़े कि साढ़े नाल जुड़े हुए ने अपना दिल्ली तो, और सवाल तुहाडे सामने स्क्रीन ते है और आप जी सामने ऑप्शंस भी ने। कृपा करके ये दसो कि बई इन्हां नूं किहड़ी ऑप्शन नाल जाना चाहिए है। वाहिगुरू जी का खालसा वाहिगुरू जी की फतेह। मेरे ख्याल नाल तुहानूं ऑप्शन डी 12 अक्तूबर 1664 नाल जाना चाहिए। कि आप जी उन्हां दी राय दे नाल सहमत हो ते इहनूं लॉक कीता जावे? हाँ जी सर मैं सहमत है जी उन्हां दी राय दे नाल। उन्हां दा धन्नवाद करो। मैं भी धन्नवाद करांगा जी। धन्नवाद जी वीर जी बहुत जी। सो साहब मननदीप सिंह जी बहुत बहुत धन्नवाद। साहब गुरजिंदर सिंह जी भी आप जी का धन्नवाद कर रहे हैं। असीं तुहाडा धन्नवाद कर रहे हैं टीम वालों कि तुसीं लगातार साडे प्रोग्राम नूं सहयोग देंदे हो। बहुत बहुत धन्नवाद। मैं परमात्मा अगे बेनती करदा कि आओ बनी गुरसिख प्यारां नूं होर भी कामयाबी बख्शण। वाहिगुरू जी का खालसा वाहिगुरू जी की फतेह। सो असीं अगे वधांगे 7वें प्रश्न दे नाल। 7वां प्रश्न आप जी दी स्क्रीन ते। How many times Sikh Superman Sardar Fauja Singh has completed London Marathon after making his debut in 2000 at the age of 89? 89 यानी 99 साल की उम्र के विचकार सरदार फौजा सिंह ने कितनी वारी यानी कि 4 टाइम, 5 टाइम, 6 टाइम, 7 टाइम यानी कि 4, 5, 6, 7 केड़ी ऑप्शन ना जाना चाहोगे ABCD? सर मैं एक और ऑप्शन लेना चाहूंगा जी। जी लाइफ लाइन है 50-50। 50-50 लाइफ लाइन लेना चाहते हैं तो कृपा करके दो जड़ियां ने और जड़ियां ऑप्शंस ने उन्होंने हटा दिया जाए। तो देखते हैं। सो सरदार गुरजिंदर सिंह जी ऑप्शन ए और ऑप्शन डी हटा दी गई है। बी और सी यानी कि 5 टाइम और 6 टाइम हम तुहाडे सामने है। आप जी दसो कि किहदे नाल जाना चाहोगे? 5 वारी या 6 वारी?
ਸਰ ਆਪਸ਼ਨ ਬੀ 5 ਟਾਈਮ। 5 ਟਾਈਮ ਆਪਸ਼ਨ ਨੂੰ ਲੌਕ ਕਰਕੇ ਦਸੀਏ ਕਿ ਦੇਖਦੇ ਹਾਂ ਕਿ ਸਰਦਾਰ ਗੁਰਜਿੰਦਰ ਸਿੰਘ ਜੀ ਦਾ ਉੱਤਰ ਠੀਕ ਹੈ ਕਿ ਨਹੀਂ ਹੈ। ਸੋ ਸਰਦਾਰ ਗੁਰਜਿੰਦਰ ਸਿੰਘ ਜੀ, ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹਦਾ ਰਾਈਟ ਆਨਸਰ ਹੈ 6 ਟਾਈਮ, ਯਾਨੀ ਕਿ 6 ਵਾਰੀ। ਸੋ ਆਪ ਜੀ ਉੱਤਰ ਨਹੀਂ ਠੀਕ ਦੇ ਪਾਏ। ਸੋ ਤੁਹਾਡਾ ਆਓ ਬਣੀਏ ਗੁਰਸਿੱਖ ਪਿਆਰਾ ਦਾ ਸਫ਼ਰ ਇੱਥੇ ਹੀ ਸਮਾਪਤ ਹੋ ਰਿਹਾ ਹੈ ਔਰ ਆਪ ਜੀ ਨੂੰ ਪਿਆਰ ਤੇ ਸਤਿਕਾਰ ਦੇਣ ਵਾਸਤੇ ਮੈਂ ਬੇਨਤੀ ਕਰ ਰਿਹਾ ਸਰਦਾਰ ਕਮਰਦੀਪ ਸਿੰਘ ਜੀ, ਜਿਹੜੇ ਕਿ ਡਾਇਰੈਕਟਰ ਹਨ ਸਿਮਕੋ ਗਰੁੱਪਸ ਦੇ ਔਰ ਇਸ ਪ੍ਰੋਗਰਾਮ ਆਓ ਬਣੀਏ ਗੁਰਸਿੱਖ ਪਿਆਰਾ ਦੇ ਮੇਨ ਸਪਾਂਸਰਸ ਦੇ ਵਿੱਚੋਂ ਸਿਮਕੋਜ਼ ਨੇ। ਸੋ ਉਹਨਾਂ ਦਾ ਵੀ ਧੰਨਵਾਦ ਹੈ, ਉਹ ਆਪ ਜੀ ਨੂੰ ਪਿਆਰ ਤੇ ਸਤਿਕਾਰ ਦੇਣਗੇ। आओ बनिए गुरसिख प्यारा, आओ बनिए गुरसिख प्यारा। तो आज का प्रोग्राम ਅਸੀਂ ਇੱਥੇ ਸਮਾਪਤ ਕਰਦੇ ਹਾਂ। ਫਿਰ ਮਿਲਾਂਗੇ ਅਗਲੇ ਹਫਤੇ ਇੱਕ ਨਵੇਂ ਪ੍ਰਤੀਯੋਗੀਆਂ ਦੇ ਨਾਲ, ਨਵੇਂ ਪ੍ਰਸ਼ਨ ਦੇ ਨਾਲ, ਆਪ ਜੀ ਦੇ ਪਿਆਰੇ ਪ੍ਰੋਗਰਾਮ ਨੂੰ ਲੈ ਕੇ ਐਸੇ ਚੈਨਲ ਤੇ ਐਸੇ ਵੇਲੇ। आओ बनिए गुरसिख प्यारा का अगला एपीसोड लैके तद तक दिओ इजाजत। वाहिगुरू जी का खालसा, वाहिगुरू जी की फतेह।